ਸਰਕਾਰਾਂ ਨੇ ਲੋਕਡਾਊਨ 'ਚ ਰਿਆਇਤ ਤਾਂ ਦਿੱਤੀ ਹੈ, ਲੇਕਿਨ ਖਤਰਾ ਲਗਾਤਾਰ ਮੰਡਰਾ ਰਿਹਾ ਹੈ ਕਿਉਂਕਿ ਕੋਰੋਨਾ ਕਾਲ 'ਚ ਇਸ ਵੇਲੇ ਭਾਰਤ ਚੌਥੇ ਨੰਬਰ ਤੇ ਪਹੁੰਚ ਗਿਆ ਔਰ 3 ਲੱਖ ਤੋਂ ਜ਼ਿਆਦਾ ਕੇਸਿਸ ਜਿਹੜੇ ਨੇ ਉਹ ਭਾਰਤ ਦੇ ਵਿੱਚ ਪਹੁੰਚੇ ਨੇ ਔਰ ਅਜਿਹੇ 'ਚ ਸਰਕਾਰਾਂ ਅਪੀਲ ਕਰ ਰਹੀਆਂ ਨੇ ਕਿ ਘਰ ਬੈਠੋ ਔਰ ਜੋ ਜ਼ਿਆਦਾ ਉਮਰ ਦੇ ਨੇ ਉਹ ਘਰੇ ਹੀ ਰਹਿਣ ਤਾਂ ਕਿ ਜ਼ਿੰਦਗੀ ਜਿਹੜੀ ਉਹ ਬਚਾਈ ਜਾ ਸਕੇ। ਔਰ ਅੱਜ ਇਸ ਕੋਰੋਨਾ ਕਾਲ 'ਚ ਜਦੋਂ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ, ਲੋਕਾਂ ਦੇ ਕਾਰੋਬਾਰ ਜਿਹੜੇ ਨੇ ਉਹ ਠੱਪ ਹੋ ਰਹੇ ਨੇ, ਉਦੋਂ ਤੁਹਾਨੂੰ ਅੱਜ ਮੁਲਾਕਾਤ ਕਰਵਾਵਾਂਗੇ ਦਿਨੇਸ਼ ਮੋਹਨ ਹੋਰਾਂ ਦੇ ਨਾਲ, ਜਿਨ੍ਹਾਂ ਦੀ ਉਮਰ 61 ਸਾਲ ਹੈ ਔਰ ਸਲਮਾਨ ਖਾਨ ਤੋਂ ਲੈ ਕੇ ਰਜਨੀਕਾਂਤ ਹੋਰਾਂ ਦਾ ਕੰਮ ਕਰ ਚੁੱਕੇ ਨੇ ਔਰ ਸ਼ੁਰੂਆਤੀ ਦੌਰ 'ਚ ਇਹ ਸਰਕਾਰੀ ਟੀਚਰ ਵੀ ਸੀ। ਔਰ ਇਹਨਾਂ ਦੀ ਕਹਾਣੀ ਇਸ ਕਰਕੇ ਅੱਜ ਤੁਹਾਨੂੰ ਮਿਲਵਾ ਰਹੇ ਹਾਂ ਕਿਉਂਕਿ ਇਹ ਵੀ ਡਿਪਰੈਸ ਹੋਏ ਔਰ ਡਿਪਰੈਸ ਹੋਣ ਤੋਂ ਬਾਅਦ ਕਿਵੇਂ ਡਿਪਰੈਸ਼ਨ ਤੋਂ ਬਾਹਰ ਨਿਕਲੇ ਔਰ ਅੱਜ ਬਹੁਤ ਸਾਰੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਲਈ ਇੱਕ ਮਿਸਾਲ ਜਿਹੜੀ ਆ ਉਹ ਪੈਦਾ ਕਰ ਰਹੇ ਨੇ। ਦਿਨੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਤੇ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਦਿਨੇਸ਼ ਜੀ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਕਿਉਂਕਿ ਫਿਲਮ ਇੰਡਸਟਰੀ ਲਗਾਤਾਰ ਸ਼ੂਟਿੰਗ ਜਿਹੜੀ ਹੈ ਉਹ ਬੰਦ ਪਈ ਹੈ, ਤਾਂ ਕਿਵੇਂ ਤੁਸੀਂ ਘਰ ਦੇ ਵਿੱਚ ਟਾਈਮ ਪਾਸ ਕਰ ਰਹੇ ਹੋ, ਘਰ ਵਿੱਚ ਰਹਿ ਰਹੇ ਹੋ? ਸ਼ੂਟਿੰਗਸ ਤੇ ਬੰਦ ਨੇ, ਬਾਹਰ ਜਿਹੜੀਆਂ ਆਊਟਡੋਰਸ ਵਿੱਚ ਜਾਂ ਸਟੂਡੀਓਜ਼ ਵਿੱਚ ਹੋ ਰਹੀਆਂ, ਪਰ ਘਰੋਂ ਕੰਮ ਫੋਨ ਦੇ ਉੱਪਰ ਜਿਹੜਾ ਹੈ ਉਹ ਚੱਲ ਰਿਹਾ। ਅਸੀਂ ਫੋਨ ਤੇ ਹੀ ਸ਼ੂਟ ਕਰ ਰਹੇ ਹਾਂ, ਜਿਨ੍ਹਾਂ ਨੂੰ ਹੋਮ ਸ਼ੂਟਸ ਕਹਿ ਕੇ ਬੁਲਾਉਂਦੇ ਨੇ। ਔਰ ਹੁਣ ਜਿਹੜੀਆਂ ਲੇਟੈਸਟ ਐਡਸ ਤੁਸੀਂ ਦੇਖੋਗੇ ਟੀਵੀ ਦੇ ਉੱਪਰ ਜਾਂ ਜੋ ਵੀ ਪ੍ਰੋਜੈਕਟਸ ਦੇਖੋਗੇ, ਉਹ ਘਰੋਂ ਹੀ ਐਕਟਰਸ ਖੁਦ ਸ਼ੂਟ ਕਰਕੇ ਆਪਣੇ ਫੋਨ ਤੇ ਭੇਜ ਰਹੇ ਆ। ਫਰਕ ਤੇ ਬਹੁਤ ਪੈ ਗਿਆ ਕੰਮ ਦੇ ਉੱਪਰ, ਬਟ ਐਵੇਂ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸੋ ਧਿਆਨ ਆਪਣਾ ਲਗਾ ਕੇ ਰੱਖਣੇ ਆ ਛੋਟੇ ਮੋਟੇ ਕੰਮ ਦੇ ਵਿੱਚ ਜੀ। ਦਿਨੇਸ਼ ਜੀ, ਮੈਂ ਸ਼ੁਰੂਆਤ ਕੀਤੀ ਕਿ 61 ਸਾਲ ਦੀ ਉਮਰ 'ਚ ਤੁਸੀਂ ਮਾਡਲਿੰਗ ਕਰ ਰਹੇ ਹੋ ਔਰ ਇੱਕ ਸਮਾਂ ਅਜਿਹਾ ਸੀ ਜਦੋਂ ਤੁਸੀਂ ਡਿਪਰੈਸ ਹੋ ਗਏ। ਤੁਸੀਂ ਲਗਾਤਾਰ ਉਹ ਕਿੱਸਾ ਵੀ ਸੁਣਾਉਂਦੇ ਹੋ ਔਰ ਮੈਂ ਚਾਹਾਂਗਾ ਕਿ ਇਸ ਵੇਲੇ ਲੋਕ ਜਦੋਂ ਹਤਾਸ਼ ਹੋ ਰਹੇ ਨੇ, ਨੌਕਰੀਆਂ ਜਾ ਰਹੀਆਂ ਨੇ, ਤੁਸੀਂ ਥੋੜਾ ਜਿਹਾ ਕਿੱਸਾ ਸੁਣਾਓ ਜਦੋਂ ਤੁਹਾਡਾ ਵਜਨ 130 ਕਿਲੋ ਹੋ ਗਿਆ ਸੀਗਾ ਔਰ ਤੁਸੀਂ ਡਿਪਰੈਸ਼ਨ ਦੇ ਵਿੱਚ ਸੀਗੇ, ਆਪਣੇ ਕਮਰੇ 'ਚ ਆਪਣੇ ਆਪ ਨੂੰ ਬੰਦ ਰੱਖਦੇ ਸੀ, ਤਾਂ ਫਿਰ ਬਾਹਰ ਕਿਵੇਂ ਨਿਕਲੇ? ਜੀ, ਮੈਂ ਜਦੋਂ ਵੀ ਆਪਣੇ ਬਾਰੇ 'ਚ ਗੱਲ ਕਰਨਾ ਔਰ ਕਰੋਨਾ ਟਾਈਮਸ ਦੇ ਬਾਰੇ 'ਚ ਗੱਲ ਕਰਨਾ ਜਿਸ ਦੇ ਵੀ ਨਾਲ, ਮੈਂ ਇੱਕ ਗੱਲ ਜ਼ਰੂਰ ਕਹਿਣਾ ਸਭ ਨੂੰ ਕਿ ਮੈਂ ਆਲਮੋਸਟ 12-13 ਮਤਲਬ 14 ਸਾਲ ਤੱਕ ਸਫਰ ਕੀਤਾ ਮੈਂ ਡਿਪਰੈਸ਼ਨ ਨਾਲ। ਔਰ ਮੈਂ ਘਰ ਦੇ ਵਿੱਚ ਬਹੁਤ ਲੰਬੇ ਟਾਈਮ ਤੱਕ ਬੰਦ ਰਿਹਾ ਔਰ ਬੈੱਡ ਦੇ ਉੱਪਰ ਵੀ ਲੱਗਿਆ ਰਿਹਾ। ਔਰ ਮੈਂ ਹੁਣ 61 ਇਅਰਸ ਦਾ ਔਰ ਮੈਨੂੰ 5-6 ਸਾਲ ਹੋ ਗਏ ਠੀਕ ਹੋਏ ਹੋਏ। ਔਰ 61 ਸਾਲ ਦੀ ਉਮਰ ਵਿੱਚ ਮੈਂ ਐਡਾ ਲੰਬਾ ਟਾਈਮ ਡਿਪਰੈਸ਼ਨ ਦੇ ਨਾਲ ਫਾਈਟ ਕੀਤਾ। ਹਾਲੀ ਕਰੋਨਾ ਜਿਹੜਾ ਉਹ ਕੁਝ ਮਹੀਨਿਆਂ ਤੋਂ ਹੀ ਦੁਨੀਆ ਦੇ ਵਿੱਚ ਆਇਆ ਔਰ ਮੇਰਾ ਖਿਆਲ ਹੈ ਹੋਪਫੁਲੀ ਕੁਝ ਮਹੀਨਿਆਂ ਬਾਅਦ ਤੱਕ ਇਹ ਦੁਨੀਆ ਤੋਂ ਮਤਲਬ ਚਾਹੇ ਜਾਏ ਨਾ, ਬਟ ਅਸੀਂ ਕੋਈ ਨਾ ਕੋਈ ਕਾਬੂ ਇਹਦੇ ਉੱਪਰ ਪਾ ਲਾਂਗੇ। ਤਾਂ ਬਹੁਤ ਲੰਬੇ ਲਾਈਫ ਟਾਈਮ ਦੇ ਵਿੱਚ ਕੁਝ ਮਹੀਨਿਆਂ ਦੀ ਕੋਈ ਵੈਲਿਊ ਖਾਸ ਨਹੀਂ ਹੁੰਦੀ ਹੈ। ਆਪਾਂ ਸਭ ਨੇ 2019 ਤੱਕ ਕੰਮ ਕਰਕੇ ਪੈਸੇ ਬਚਾਏ ਵੀ ਹੈ ਔਰ ਆਪਣੇ ਲਈ ਕੁਝ ਨਾ ਕੁਝ ਜਮਾ ਵੀ ਕੀਤਾ ਹੈ। ਹੁਣ ਥੋੜਾ ਜਿਹਾ ਉਹਨੂੰ ਘਰ ਬਹਿ ਕੇ ਖਰਚਣ ਦਾ ਟਾਈਮ ਹੈ ਔਰ ਪੋਜ਼ਿਟਿਵ ਰਹਿ ਕੇ ਇਹ ਕੰਮ ਕੀਤਾ ਜਾਏ ਤੇ ਅਸੀਂ ਕਿਸੇ ਵੀ ਚੀਜ਼ ਨੂੰ ਹਰਾ ਸਕਨੇ ਆ। ਜੇ ਤੁਸੀਂ ਮਨੋਂ ਹਾਰ ਗਏ, ਤੁਸੀਂ ਜੇ ਗਿਵ ਅਪ ਕਰ ਦਿੱਤਾ ਮੈਂਟਲੀ ਕਿ ਹੁਣ ਮੇਰਾ ਕੀ ਹੋਏਗਾ, ਮੇਰੀ ਜੌਬ ਵੀ ਜਾ ਰਹੀ ਹੈ, ਮੈਂ ਘਰ ਵੀ ਬਹਿ ਗਿਆ, ਮੈਂ ਬੱਚੇ ਵੀ ਪਾਲਨੇ ਹੈ, ਮੈਂ ਸੋਸ਼ਲੀ ਵੀ ਆਪਣੇ ਆਪ ਨੂੰ ਸਟਰੋਂਗ ਰੱਖਣਾ ਹੈ, ਤਾਂ ਪਲੀਜ਼ ਟਰਸਟ ਮੀ, ਇਹ ਟਾਈਮ ਨਿਕਲ ਜਾਣਾ ਹੈ ਦੋਸਤੋ, ਹਮੇਸ਼ਾ ਨਹੀਂ ਰਹਿਣਾ। ਬਸ ਸਿਰਫ ਤੁਸੀਂ ਇਹਨੂੰ ਪੋਜ਼ਿਟਿਵਲੀ ਕੱਟਣਾ ਹੈ, ਹਿੰਮਤ ਰੱਖ ਕੇ ਕੱਟਣਾ ਹੈ। ਔਰ ਮੈਂ ਤੇ 14-15 ਸਾਲ ਕੱਟ ਕੇ ਅੱਜ ਤੁਹਾਡੇ ਸਾਹਮਣੇ ਬੈਠਾ ਹੋਇਆ। weight loss ਵੀ ਹੋ ਗਿਆ ਔਰ ਕਿਸਮਤ ਨੇ ਮਾਡਲ ਔਰ ਐਕਟਰ ਵੀ ਬਣਾ ਦਿੱਤਾ, ਸਕਸੈਸਫੁਲ ਵੀ ਹੋ ਗਿਆ। ਬਟ ਮੈਂ ਫਿਕਸੇਟਡ ਨਹੀਂ ਆ ਕਿਸੇ ਵੀ ਕੰਮ ਦੇ ਉੱਪਰ ਕਿ ਜੇ ਚੱਲ ਰਿਹਾ ਜਾਂ ਨਹੀਂ ਚੱਲੇਗਾ ਤੇ ਕੀ ਹੋਏਗਾ। ਆਈ ਆਲਵੇਜ਼ ਟੈਲ ਮਾਈਸੈਲਫ ਕਿ ਸਾਰਾ ਬੁਰਾ ਟਾਈਮ ਜਿਹੜਾ ਹੈ ਉਹ ਨਿਕਲ ਜਾਣਾ ਹੈ ਤੇ ਇਸ ਸੋਚ ਤੋਂ ਇਲਾਵਾ ਹੁਣ ਹਾਲੀ ਕੋਈ ਹੋਰ ਆਪਸ਼ਨ ਸਾਡੇ ਕੋਲ ਹੈ ਵੀ ਨਹੀਂ। ਦਿਨੇਸ਼ ਜੀ, ਤੁਸੀਂ 14 ਸਾਲ ਦਾ ਜ਼ਿਕਰ ਕੀਤਾ ਕਿ 13 ਤੋਂ 14 ਸਾਲ ਤੁਸੀਂ ਡਿਪਰੈਸ ਰਹੇ, ਤਾਂ ਅਜਿਹੇ ਜਿਹੜੇ ਲੋਕ ਪਿਛਲੇ 2-3 ਮਹੀਨਿਆਂ ਤੋਂ ਤਣਾਅ ਮਹਿਸੂਸ ਕਰ ਰਹੇ ਨੇ, ਨਰਵਸ ਨੇ, ਘਰੋਂ ਬਾਹਰ ਨਹੀਂ ਨਿਕਲ ਰਹੇ ਜਾਂ ਬਹੁਤ ਸਾਰੀਆਂ ਚਿੰਤਾਵਾਂ 'ਚ ਨੇ, ਤਾਂ ਤੁਸੀਂ ਆਪਣਾ ਕੋਈ ਤਜਰਬਾ ਸਾਂਝਾ ਕਰੋਗੇ ਕਿ ਕਿਸ ਤਰੀਕੇ ਦੇ ਨਾਲ ਇਹ ਟੈਨਸ਼ਨ ਤੋਂ ਫਰੀ ਹੋਇਆ ਜਾ ਸਕਦਾ? ਦੇਖੋ, ਮੈਂ ਜਦੋਂ ਲੋਕਡਾਊਨ ਹੋਇਆ, ਮੈਂ ਆਈ ਵਿਲ ਬੀ ਵੈਰੀ ਓਨੈਸਟ, ਪਹਿਲੇ ਦਿਨ ਮੈਂ ਬਹੁਤ ਡਿਪਰੈਸ਼ਨ ਵਿੱਚ ਚਲਾ ਗਿਆ ਕਿ ਯਾਰ ਹੁਣ ਕੀ ਹੋਏਗਾ। ਟਰੈਵਲ ਦੀ ਆਦਤ ਸੀ, ਬੜੀ ਅੱਛੀ ਇੱਕ ਪਿਕਚਰ ਵਾਸਤੇ ਸ਼ੂਟ ਕਰ ਰਿਹਾ ਸੀ ਨਵਾਂ ਸ਼ਹਿਰ ਵਿੱਚ, ਗੋਲਡਨ ਟੈਂਪਲ ਵਿੱਚ, ਔਰ ਸਾਰਾ ਕੁਝ ਜਿਹੜਾ ਉਹ ਖਤਮ ਹੋ ਗਿਆ ਤੇ ਘਰ ਆ ਗਿਆ ਵਾਪਸ। ਔਰ ਇੱਕ ਦਿਨ ਬਹੁਤ ਮੁਸ਼ਕਿਲ, ਫਿਰ ਮੈਨੂੰ ਲੱਗਿਆ ਕਿ ਨਹੀਂ ਯਾਰ, ਟੇਕ ਇਟ ਐਜ਼ ਐਨ ਓਪਰਚੁਨਿਟੀ ਕਿ ਹੁਣ ਘਰ ਵਾਲਿਆਂ ਨਾਲ, ਫੈਮਿਲੀ ਨਾਲ ਥੋੜਾ ਜਿਹਾ ਰੀਕਨੈਕਟ ਕਰ ਲਓ, ਥੋੜਾ ਆਪਣੀ ਡਾਈਟ ਦੇ ਉੱਪਰ, ਆਪਣੀ ਸਿਹਤ ਦੇ ਉੱਪਰ ਥੋੜਾ ਹੋਰ ਧਿਆਨ ਦੇ ਲਓ, ਇਹਨੂੰ ਇੱਕ ਰੀਜੂਵੀਨੇਸ਼ਨ ਦਾ ਟਾਈਮ ਮੰਨ ਕੇ, ਕਿਉਂਕਿ ਇਹਦੇ ਇਲਾਵਾ ਸਾਡੇ ਕੋਲ ਚਾਰਾ ਵੀ ਨਹੀਂ। ਇੱਕ ਤੇ ਵਕਤ ਐਡਾ ਖਰਾਬ, ਸੋ ਟੂ ਸੇ,
ਬਿਮਾਰੀ ਨੇ ਦੁਨੀਆ ਨੂੰ ਹਿਲਾ ਰੱਖਿਆ। ਜੇ ਆਪਾਂ ਵੀ ਹਿਲ ਜਾਵਾਂਗੇ ਔਰ ਰੋਂਦੇ ਰਾਂਗੇ ਔਰ ਪੋਜ਼ਿਟਿਵਲੀ ਨਹੀਂ ਲਾਂਗੇ, ਫਿਰ ਤੇ ਸਮਝ ਲਓ ਸਭ ਕੁਝ ਖਤਮ ਹੋ ਗਿਆ। तो ਚਾਹੇ ਉਹ ਕਿੰਨੀ ਵੀ ਡੇਂਜਰਸ ਹੈ ਬਿਮਾਰੀ, ਪਰ ਮੈਂ ਇੱਕ ਛੋਟੇ ਜਿਹੇ ਵਾਇਰਸ ਤੋਂ ਹਾਰ ਮੰਨਣ ਵਾਸਤੇ ਐਡੀ ਸੌਖਾ ਤਿਆਰ ਨਹੀਂ ਹੈਗਾ। ਸੋ ਮੈਂ ਆਪਣੇ ਘਰ ਵਿੱਚ ਸਾਰੇ ਕੰਮ ਕਰਨਾ, ਜਿੰਨਾ ਵੀ ਘਰ ਦਾ ਕੰਮ ਪੈਂਡਿੰਗ ਮੈਨੂੰ ਨਜ਼ਰ ਆਉਂਦਾ, ਚਾਹੇ ਉਹ ਝਾੜੂ ਹੋਏ, ਪੋਚਾ ਹੋਏ, ਡਸਟਿੰਗ ਹੋਏ, ਕੋਈ ਮੇਰੇ ਚ ਈਗੋ ਨਹੀਂ ਹੈਗੀ, ਬਿਲਕੁਲ ਵੀ ਖੁਸ਼ੀ ਮੈਂ ਕਰਨਾ। ਔਰ ਸਾਰਾ ਦਿਨ ਮੈਂ ਕੋਸ਼ਿਸ਼ ਕਰਨਾ ਕਿ ਕੁਛ ਨਾ ਕੁਛ ਮੈਂ ਸਮਾਜ ਨੂੰ ਸੋਸ਼ਲ ਮੀਡੀਆ ਦੇ ਥਰੂ ਔਰ ਆਪਣੇ ਘਰ ਵਾਲਿਆਂ ਨੂੰ, ਆਪਣੇ ਘਰ ਦੀ ਐਕਟੀਵਿਟੀਜ਼ ਦੇ ਥਰੂ, ਆਪਣੇ ਆਪ ਨੂੰ ਮੈਡੀਟੇਸ਼ਨ, ਫਿਟਨੈਸ ਔਰ ਡਾਈਟ ਦੇ ਥਰੂ ਮੈਂ ਕੁਛ ਨਾ ਕੁਛ ਕੰਟਰੀਬਿਊਟ ਕਰਦਾ ਰਹਾਂ। ਔਰ ਇਹੋ ਮੇਰੀ ਪਲਾਨ ਹੈ। ਦਿਨੇਸ਼ ਜੀ, ਤੁਸੀਂ ਜਦੋਂ 14 ਸਾਲ ਡਿਪਰੈਸ਼ਨ ਚ ਰਹੇ ਤਾਂ ਕਿਵੇਂ ਤੁਸੀਂ ਡਿਪਰੈਸ਼ਨ ਤੋਂ ਬਾਹਰ ਨਿਕਲੇ? ਕਿਉਂਕਿ 14 ਸਾਲ ਉਦੋਂ ਤੁਹਾਡੇ ਮਨ ਚ ਕੀ ਚੱਲਦਾ ਸੀਗਾ ਜਦੋਂ ਡਿਪਰੈਸ਼ਨ ਚ ਸੀਗੇ? ਉਹ ਕਿਵੇਂ ਤੁਸੀਂ ਸੋਚਿਆ ਕਿ ਮੈਂ ਬਸ ਬਹੁਤ ਹੋ ਗਿਆ, 130 ਕਿਲੋ ਵਜ਼ਨ ਥੋੜਾ ਨਹੀਂ ਹੁੰਦਾ, 135 ਕਿਲੋ ਵਜ਼ਨ ਥੋੜਾ ਨਹੀਂ ਹੁੰਦਾ, ਫਿਰ ਤੁਸੀਂ ਸੋਚਿਆ ਕਿ ਨਹੀਂ, ਮੈਂ ਆਪਣੇ ਆਪ ਨੂੰ ਫਿੱਟ ਕਰੂੰਗਾ? ਉਸ ਵੇਲੇ ਮਨ ਚ ਕੀ ਸੀਗਾ ਔਰ ਜਦੋਂ ਬਾਹਰ ਨਿਕਲੇ ਉਦੋਂ ਮਨ ਚ ਕੀ ਸੀਗਾ ਔਰ ਕੀਤਾ ਕੀ ਤੁਸੀਂ? ਜੀ, ਮੈਂ ਸਭ ਤੋਂ ਪਹਿਲੇ ਨਾ ਡਿਪਰੈਸ਼ਨ ਦੇ ਬਾਰੇ ਚ ਇਹ ਗੱਲ ਕਲੀਅਰ ਕਰਨਾ ਚਾਹਾਂਗਾ ਕਿ ਕਦੀ ਵੀ ਤੁਸੀਂ ਇਕੱਲੇ ਉਹਦੇ ਨਾਲ ਫਾਈਟ ਨਹੀਂ ਕਰ ਸਕਦੇ। ਔਰ ਨਾਰਮਲੀ ਹੁੰਦਾ ਕੀ ਹੈ ਕਿ ਅਸੀਂ ਜਿਹੜੀ ਸਾਡੀ ਇਮੀਡੀਏਟ ਫੈਮਿਲੀ ਹੈ, ਸਪੋਰਟ ਸਿਸਟਮ ਹੈ, ਉਸ ਤੋਂ ਹੀ ਅਸੀਂ ਚੀਜ਼ਾਂ ਛੁਪਾਉਣ ਲੱਗ ਜਾਂਦੇ ਆ, ਇਸ ਕਰਕੇ ਕਿ ਯਾਰ ਆਪਣਿਆਂ ਨੂੰ ਕੀ ਦੁਖੀ ਕਰਨਾ। ਬਟ ਮੈਂ ਸਭ ਨੂੰ ਇਹ ਅਪੀਲ ਕਰਨਾ ਚਾਹਾਂਗਾ, ਔਰ ਮੈਂ ਵੀ ਡਿਪਰੈਸ਼ਨ ਤੋਂ ਐਸੀ ਤਰੀਕੇ ਦੇ ਨਾਲ ਬਾਹਰ ਨਿਕਲਿਆ ਕਿ ਮੈਂ ਜਦੋਂ ਆਪਣੇ ਘਰ ਵਾਲਿਆਂ ਨਾਲ ਕਮਿਊਨੀਕੇਸ਼ਨ ਜ਼ਿਆਦਾ ਸ਼ੁਰੂ ਕਰ ਦਿੱਤੀ, ਉਹਨਾਂ ਨੂੰ ਮੈਂ ਦੱਸਣ ਲੱਗ ਗਿਆ ਕਿ ਮੇਰੇ ਮਾਈਂਡ ਵਿੱਚ ਕੀ ਚੱਲ ਰਿਹਾ, ਗੋਇੰਗ ਟੂ ਦੀ ਐਕਸਟੈਂਟ, ਔਰ ਮੈਂ ਬਿਲਕੁਲ ਓਨੈਸਟਲੀ ਕਹਿ ਰਿਹਾ ਕਿ ਮੈਂ ਕਨਫੈਸ ਕਰ ਦਿੱਤਾ ਸੀ ਆਪਣੇ ਘਰ ਵਾਲਿਆਂ ਦੇ ਅੱਗੇ ਕਿ ਹੁਣ ਮੈਂ ਜ਼ਿੰਦਗੀ ਖਤਮ ਕਰ ਲੈਣੀ ਹੈ, ਮੈਂ ਹੁਣ ਸੁਸਾਈਡ, ਮਤਲਬ ਮੈਨੂੰ ਹੋਰ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਤੇ ਥੈਂਕ ਗॉड ਕਿ ਮੈਂ ਉਹ ਐਕਸਪ੍ਰੈਸ ਕਰ ਦਿੱਤਾ ਉਸ ਸਟੈਪ ਚੁੱਕਣ ਤੋਂ ਪਹਿਲੇ, ਔਰ ਮੇਰੇ ਘਰ ਵਾਲਿਆਂ ਨੇ ਮੈਨੂੰ ਕਾਉਂਸਲ ਕਰ ਦਿੱਤਾ, ਸਹਾਰਾ ਦੇ ਦਿੱਤਾ, ਇਮੋਸ਼ਨਲ ਕਰ ਦਿੱਤਾ, ਇਮੋਸ਼ਨਲੀ ਬਲੈਕਮੇਲ ਕਰ ਦਿੱਤਾ। ਦੇ ਯੂਜ਼ਡ ਐਵਰੀ ਮੈਥਡ ਇਨ ਦੀ ਬੁੱਕ ਕਿ ਮੇਰਾ ਧਿਆਨ ਉਸ ਚੀਜ਼ ਤੋਂ ਹਟ ਜਾਏ। ਸੋ ਜਦੋਂ ਮੈਂ ਦੇਖਿਆ ਕਿ ਮੈਨੂੰ ਐਡੀ ਸਪੋਰਟ ਮਿਲ ਰਹੀ ਹੈ, ਐਡਾ ਸਪੋਰਟ ਸਿਸਟਮ ਹੈ, ਐਕਸਟ੍ਰੀਮ ਸਰਕਮਸਟੈਂਸਿਸ ਵਿੱਚ ਵੀ ਉਹ ਸਪੋਰਟ ਕਰਨ ਨੂੰ ਰੈਡੀ ਹੈ, ਤੇ ਮੈਂ ਫॉर देयर ਸੇਕ ਇਹ ਡਿਸਾਈਡ ਕੀਤਾ ਕਿ ਹੁਣ ਭਾਈ ਜ਼ਿੰਦਗੀ ਨੂੰ ਆਪਣੇ ਹੱਥ 'ਚ ਲੈ ਲੈ, ਬਹੁਤ ਹੋ ਗਿਆ ਰੋਣਾ ਪਿੱਟਣਾ, ਬਹੁਤ ਹੋ ਗਿਆ ਆਪਣੇ ਆਪ ਨੂੰ डिस्ट्रॉय करना। और वो गाना है ना कि दुनिया में जब आए हैं तो जीना ही पड़ेगा। सो वो सोच के मैं फिर वेट लॉस किया, फिटनेस रूटीन अपना स्टार्ट किया और निकल गया उस तो सारियां बीमारियां जड़ियां वो छुट गई, दवाइयां छुट गई, और अज तुहाडे सब दे सामने हैगा। लग रहा है कि कुछ कंट्रीब्यूट कर रहे हैं समाज विच, इस गल दी मैनूं बहुत खुशी है। ਤੁਸੀਂ ਸੁਸਾਈਡ ਦਾ ਜ਼ਿਕਰ ਕੀਤਾ ਕਿ ਤੁਸੀਂ ਸੁਸਾਈਡ ਕਰਨ ਵਾਲੇ ਸੀਗੇ ਲੇਕਿਨ ਫੈਮਿਲੀ ਨਾਲ ਗੱਲਬਾਤ ਕਰ ਲਈ। ਸੁਸਾਈਡ ਇੱਕ ਜਾਣੇ ਮਾਨੇ ਸਿਤਾਰੇ ਔਰ ਸੁਪਰਸਟਾਰ ਸੁਸ਼ਾਂਤ ਸਿੰਘ ਰਾਜਪੂਤ ਹੋਰਾਂ ਦਾ ਤੁਸੀਂ ਦੇਖਿਆ ਹੋਣਾ ਹੈ, ਉਹ ਵੀ ਕਿਹਾ ਜਾ ਰਿਹਾ ਹੈ ਕਿ 6 ਮਹੀਨੇ ਤੋਂ ਡਿਪਰੈਸ਼ਨ ਦੇ ਵਿੱਚ ਸੀ, ਸਟ੍ਰੈਸ ਸੀ, ਔਰ ਸ਼ਾਇਦ ਉਹ ਆਪਣੀ ਗੱਲ ਕਿਸੇ ਨਾਲ ਸਾਂਝੀ ਨਹੀਂ ਕਰ ਪਾਏ। ਜੀ, ਮੈਨੂੰ ਐਸੇ ਚਾਹ ਲੱਗਦਾ ਹੈ ਕਿ ਜਿਹੜਾ ਇਹ ਪਬਲਿਕ ਲਾਈਫ ਹੈ ਨਾ, ਜਿਹੜਾ ਸਾਡਾ ਸ਼ੋਬਿਜ਼ ਹੈ, ਇੱਕ ਬਹੁਤ ਵੱਡੀ ਡਬਲ ਲਾਈਫ ਜਿਹੜੀ ਹੈ ਨਾ, ਉਹ ਸਭ, ਔਰ ਮੇਰੇ ਨਾਲ ਵੀ ਹੁੰਦਾ ਹੈ, ਉਹ ਸਾਡੇ ਨਾਲ ਕ੍ਰੀਏਟ ਕਰ ਦਿੰਦਾ ਹੈ। ਤੁਸੀਂ ਕਈ ਵਾਰੀ ਆਪਣੀ ਇਮੋਸ਼ਨਸ ਨੂੰ ਐਕਸਪ੍ਰੈਸ ਕਰਨਾ ਚਾਹੁੰਦੇ ਹੋ, ਤੁਸੀਂ ਰੋਣਾ ਚਾਹੁੰਦੇ ਹੋ, ਹੱਸਣਾ ਚਾਹੁੰਦੇ ਹੋ, ਬਟ ਸੋਸ਼ਲ ਮੀਡੀਆ ਦੇ ਚੱਕਰ ਵਿੱਚ, ਇੱਕ ਇਮੇਜ ਦੇ ਚੱਕਰ ਵਿੱਚ ਤੁਸੀਂ ਉਹ ਕਰ ਨਹੀਂ ਪਾਉਂਦੇ। ਸੋ ਮੈਂ ਤੇ ਇਹੋ ਆਪਣੀ ਫਿਲਾਸਫੀ ਬਣਾਈ ਸੀ ਕਿ ਜਿੱਦਾਂ ਦਾ ਮੈਂ ਹਾਂ, ਜੇ ਮੈਂ ਰੋਣਾ ਚਾਹਨਾ ਮੈਂ ਰੋ ਲਾਂਗਾ ਪਬਲਿਕ ਪਲੇਟਫਾਰਮ ਤੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸੋ ਐਕਸਪ੍ਰੈਸ ਕਰਨਾ ਜਿਹੜਾ ਨਾ ਆਪਣੇ ਆਪ ਨੂੰ, ਅੰਦਰ ਅੰਦਰ ਕੁੱਟਣਾ, ਕਿਸੇ ਨੂੰ ਦੱਸਣਾ ਨਾ, ਸਫਰ करे जाना, चीज़ों ਨੂੰ built up होने देना for the sake of an image or a profession। We have to remember कि इंसान मैं जड़ा वां ਉਹ ਇਸ profession ਤੋਂ ਜ਼ਿਆਦਾ ਵੱਡਾ, ਇਹ profession ਮੇਰਾ ਮਾਲਿਕ ਨਹੀਂ ਹੈ, ਮੈਂ ਇਸ profession ਦਾ ਮਾਲਿਕ ਹਾਂ। ਉਹਨਾਂ ਦਾ ਮੈਨੂੰ ਪਤਾ ਨਹੀਂ ਕੀ ਮਜਬੂਰੀਆਂ ਰਹੀਆਂ, with due regards, but ਫਿਰ ਵੀ ਕਿਥੇ ਮੇਰੇ ਮਨ 'ਚ ਆਉਂਦਾ ਕਿ ਹਾਰ ਨਹੀਂ ਮੰਨਣੀ ਚਾਹੀਦੀ। ਉੱਥੇ ਥੋੜਾ ਜਿਹਾ ਜਿਹੜਾ ਉਹਨਾਂ ਨੇ ਪਰਸਨਲੀ, ਵੈਸੇ ਮੇਰਾ ਉਹਨਾਂ ਨਾਲ ਕੋਈ ਰਿਲੇਸ਼ਨ ਨਹੀਂ ਸੀ, ਬਟ ਪਰਸਨਲੀ ਉਹਨਾਂ ਨੇ ਥੋੜਾ ਜਿਹਾ ਮੈਨੂੰ ਲੈਟ ਡਾਊਨ ਕੀਤਾ ਹੈ ਕਿ ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਕਿ ਇੱਕ ਐਗਜ਼ਾਮਪਲ ਨੇ ਸਮਾਜ ਵਿੱਚ, ਲੋਕ ਫੋਲੋ। ਕੱਲ ਮੈਨੂੰ ਐਡੇ ਫੋਨ ਕਾਲ ਆਏ ਮੇਰੇ ਆਪਣੇ ਫੈਨਸ ਦੇ, ਰੋਂਦੇ ਹੋਏ ਕਿ ਸਾਰਾ ਕੀ ਹੋ ਗਿਆ। ਸੋ ਉਸ ਚੀਜ਼ ਨੂੰ, ਜੇ ਤੁਸੀਂ ਇੱਕ ਸਟੇਟਸ ਅਚੀਵ ਕੀਤਾ ਹੈ ਪਬਲਿਕ ਫਿਗਰ ਦਾ, ਉਹਦਾ ਮਾਣ ਜ਼ਰੂਰ ਤੁਸੀਂ ਰੱਖਣਾ ਹੈ ਹਰ ਹਾਲਤ ਵਿੱਚ, ਇਹ ਜ਼ਰੂਰ ਹੋਣਾ ਚਾਹੀਦਾ। मैं इसे करके सवाल किया क्योंकि बहुत सारे लोग जिहड़े ने, दुनिया भर के लोग सुशांत सिंह राजपूत नूं अपना रोल मॉडल समझते सी, पर जदों MS धोनी वर्गी उन्होंने फिल्म की, काई पोचे फिल्म की, छिछोरे फिल्म की, जिथे अपने बेटे नूं समझा रहे सी, और जदों आप अपनी जिंदगी तो हार गए तो बहुत सारे लोग निराश हो रहे हैं और बहुत सारे लोग डिप्रेस होंदे हुए नजर आ रहे हैं। इसे करके मैं तुहाडे कोल जानना चाह रहा सीगा कि किवें
ਲੋਕ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣ। ਤੁਸੀਂ ਬੜੇ ਸੌਖੇ ਸ਼ਬਦਾਂ 'ਚ ਸਮਝਾਇਆ ਵੀ, ਔਰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਲੱਗਦਾ ਹੈ ਕਿ ਜਜਮੈਂਟਲ ਆਪਾਂ ਨਹੀਂ ਹੋ ਸਕਦੇ ਕਿਸੇ ਦੇ ਬਾਰੇ 'ਚ, ਕਿਉਂਕਿ ਹੀ ਵਾਸ ਆਲਸੋ ਅ ਹਿਊਮਨ ਬੀਇੰਗ, ਔਰ ਇੱਕ ਹਿਊਮਨ ਬੀਇੰਗ ਦੇ ਅੰਦਰ ਕੀ ਚੱਲ ਰਿਹਾ ਹੁੰਦਾ ਹੈ ਉਹ ਉਹਨੂੰ ਹੀ ਪਤਾ ਕਿ ਐਡੀ ਮਜਬੂਰੀ ਦੀ ਲੈਵਲ ਤੱਕ ਕਿੰਜ ਆਪਾਂ ਪਹੁੰਚ ਗਏ ਕਿ ਆਪਾਂ ਐਡਾ ਵੱਡਾ ਕਦਮ, ਕਿਉਂਕਿ ਸਾਨੂੰ ਕੋਈ ਦੁਨੀਆ 'ਚ ਲੈ ਕੇ ਆਇਆ, ਕਿਸੇ ਨੇ ਸਾਨੂੰ ਅਰਮਾਨਾਂ ਦੇ ਨਾਲ ਵੱਡਾ ਕੀਤਾ ਹੈ। ਤਾਂ ਮੈਂ ਇੱਕ ਸੁਜੈਸ਼ਨ ਇੱਥੇ ਸਭ ਨੂੰ ਜ਼ਰੂਰ ਦੇਣਾ ਚਾਹਾਂਗਾ, ਜੇ ਤੁਸੀਂ ਐਕਸਟ੍ਰੀਮ ਸਰਕਮਸਟੈਂਸਿਸ ਵਿੱਚ ਜਾ ਕੇ ਇਹ ਕਦਮ ਉਠਾਉਣ ਦਾ ਡਿਸਾਈਡ ਕਰਦੇ ਹੋ, ਇੱਕ ਵਾਰੀ ਫॉर गॉड ਸੇਕ, ਜੇ ਤੁਹਾਡੇ ਮਾਪਿਓ ਵਿੱਚੋਂ ਕੋਈ ਵੀ ਹੈ ਉਹਨੂੰ ਕਾਲ ਜ਼ਰੂਰ ਇੱਕ ਵਾਰੀ ਕਰੋ, ਡੂ ਮੇਕ ਦੈਟ ਕਾਲ ਐਂਡ ਉਹਨਾਂ ਨੂੰ ਦੱਸ ਦਿਓ ਕਿ ਮੈਂ ਇਹ ਡਿਸਾਈਡ ਕੀਤਾ, ਔਰ ਫਿਰ ਉਸ ਤੋਂ ਬਾਅਦ ਦੇਖਨੇ ਆ ਕਿ ਤੁਸੀਂ ਉਹ ਕਰ ਪਾਉਂਦੇ ਹੋ ਜਾਂ ਨਹੀਂ ਕਰ ਪਾਉਂਦੇ। ਬਿਕੋਜ਼ ਆਪਣੇ ਬਾਰੇ ਸਿਰਫ ਨਾ ਸੋਚੋ, ਜੋ ਪਿੱਛੇ ਰਹਿ ਜਾਂਦੇ ਆ ਲੋਕ, ਉਹਨਾਂ ਦੀ ਰੋਜ਼ ਸੁਇਸਾਈਡ ਹੁੰਦੀ ਹੈ ਤੁਹਾਨੂੰ ਯਾਦ ਕਰਕੇ। ਸੋ ਪਲੀਜ਼ ਲੈਟਸ ਨਾਟ ਬੀ ਸੈਲਫਿਸ਼, ਦਿਸ ਇਜ਼ ਅ ਵੈਰੀ ਸ਼ਾਰਟ ਐਂਡ ਬਿਊਟੀਫੁਲ ਲਾਈਫ। ਬਹੁਤ ਸੋਹਣੀ ਦੁਨੀਆ ਹੈ, ਚਾਹੇ ਜੋ ਵੀ ਹੋ ਰਿਹਾ ਇੱਥੇ, ਉਸ ਦੇ ਬਾਵਜੂਦ ਜੀਵਨ ਵੀ ਬਹੁਤ ਖੂਬਸੂਰਤ ਹੈ। ਹਰ ਬੁਰਾ ਵਕਤ ਜਿਹੜਾ ਦੁਨੀਆ ਤੋਂ ਆਂਦਾ ਹੈ ਔਰ ਨਿਕਲ ਜਾਂਦਾ ਹੈ। ਜੋ ਲੋਗ 1900 ਵਿੱਚ ਪੈਦਾ ਹੋਏ ਸੀ ਔਰ ਜੇ ਉਹ 80 ਸਾਲ ਦੇ ਹੋ ਕੇ ਮਰੇ, ਤੇ ਉਹਨਾਂ ਨੇ ਆਪਣੀ ਲਾਈਫ ਵਿੱਚ 2 ਪੈਂਡੈਮਿਕ ਦੇਖੇ, 2 ਵਰਲਡ ਵਾਰਸ ਦੇਖੀਆਂ, ਹੋਰ ਬਹੁਤ ਉਹਨਾਂ ਨੇ ਤਰਾਸਦੀਆਂ ਦੇਖੀਆਂ, ਔਰ ਉਹਨੂੰ ਸਰਵਾਈਵ ਕਰ ਗਏ। ਸਾਡੇ ਲਾਈਫ ਟਾਈਮ ਵਿੱਚ ਤੇ ਇੱਕੋ ਹੀ ਇੰਜ ਦੀ ਐਮਰਜੈਂਸੀ ਆਈ ਹੈ ਔਰ ਇਹ ਜਲਦੀ ਨਿਕਲ ਜਾਏਗੀ। ਸੋ ਲੈਟਸ ਨਾਟ ਬੀ ਡਿਪਰੈਸਡ, ਇਟਸ ਬੈਟਰ ਟੂ ਬੀ ਅ ਫਾਈਟਰ ਦੈਨ ਟੂ ਗਿਵ ਅਪ। ਮੇਰਾ ਆਪਣਾ ਇਹ ਮੰਨਣਾ ਹੈ। ਦਿਨੇਸ਼ ਮੋਹਨ ਹੋਰਾਂ ਨੇ ਇਹ ਗੱਲ ਜਿਹੜੀ ਹੈ ਸੱਚ ਪੇਸ਼ ਕੀਤੀ ਕਿ ਇਹ ਜਿਹੜੀ ਹੈ ਸਿਰਫ ਔਰ ਸਿਰਫ ਨੰਬਰ ਹੈ। ਤੁਸੀਂ ਅੱਜ ਵੀ ਪੂਰੇ ਜਵਾਨ ਹੋ ਔਰ ਅੱਜ ਵੀ ਤੁਹਾਡਾ ਜਿਹੜਾ ਸਟਾਈਲ ਹੈ, ਤੁਸੀਂ ਆਪਣਾ ਸਟਾਈਲ ਸਾਂਝਾ ਕਰਨਾ ਚਾਹੋਗੇ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਲਾਈਫ ਸਟਾਈਲ ਜਿਹੜਾ ਨਿਕਲਦਾ ਹੈ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਪੂਰਾ ਆਪਣਾ ਦਿਨ ਦਾ ਰੁਟੀਨ ਕਰੋਨਾ ਤੋਂ ਪਹਿਲਾਂ ਵੀ ਔਰ ਕਰੋਨਾ ਦੇ ਵੇਲੇ ਵੀ ਤੁਸੀਂ ਜਿਹੜਾ ਉਹ ਕਰਦੇ ਹੋ? ਤੋਂ ਪਹਿਲਾਂ ਤੇ ਦੇਖੋ ਇੰਜ ਸੀ, ਫਿਲਮੀ ਦੁਨੀਆ ਹੈ ਔਰ ਇੱਕ ਸਰਕਸ ਹੈ, ਔਰ ਉਹਦੇ ਵਿੱਚ ਮੈਂ ਸਰਕਸ ਦੇ ਵਿੱਚ ਬਸ ਇੱਕ ਉਹ ਜਿਹੜਾ ਹੁੰਦਾ ਹੈ ਕਿ ਬਈ ਇੱਥੋਂ ਦੀ ਟਿਕਟ ਆਈ ਉੱਥੇ ਗਏ, ਉਹ ਕੰਮ ਮਿਲਿਆ ਉੱਥੇ ਗਏ, ਸਵੇਰੇ ਸ਼ਾਮ ਦਿਨ ਰਾਤ ਦਾ ਕੋਈ। ਔਰ ਮੈਂ ਇਸ ਕਰਕੇ ਕਈ ਲੋਕ ਮੈਨੂੰ ਕਹਿੰਦੇ ਆ ਕਿ ਤੁਹਾਨੂੰ ਕਿਹੜੀ ਆਖਰ ਆਈ ਹੈ ਇਸ ਉਮਰ ਵਿੱਚ, ਐਡਾ ਤੁਸੀਂ ਭੱਜ ਦੌੜ ਕਰ ਰਹੇ ਹੋ। ਤਾਂ ਮੈਨੂੰ ਲੱਗਦਾ ਨਹੀਂ ਭਾਈ, ਜ਼ਿੰਦਗੀ ਨੇ ਮੈਨੂੰ ਇੱਕ ਮੌਕਾ ਦਿੱਤਾ ਹੈ ਐਂਡ ਲੋਕ ਤਰਸਦੇ ਆ ਕੋਈ ਕੰਸਟਰਕਟਿਵ ਕੰਮ ਕਰਨ ਨੂੰ। ਸ਼ੋਬਿਜ਼ ਵਾਸਤੇ ਤੇ ਦੁਨੀਆ ਬਹੁਤ ਕੁਝ ਕਰਦੀ ਹੈ ਔਰ ਮੈਂ ਕਿਉਂ ਨਾ ਕਰਾਂ। ਜਦੋਂ ਤੱਕ ਮੈਂ ਨਿਭਾ ਸਕਣਾ ਮੈਂ ਨਿਭਾਵਾਂਗਾ। ਔਰ ਕਰੋਨਾ ਨੇ ਇੱਕਦਮ ਸਾਰੀਆਂ ਚੀਜ਼ਾਂ ਦੇ ਉੱਪਰ ਫੁੱਲ ਸਟਾਪ ਦਿੱਤਾ, ਬਟ ਮੈਂ ਐਜ਼ ਆਈ ਸੈਡ ਅਰਲੀਅਰ, ਮੈਂ ਮੈਂਟਲੀ ਫੁੱਲ ਸਟਾਪਸ ਦੇ ਵਿੱਚ ਬਿਲਕੁਲ ਬਿਲੀਵ ਨਹੀਂ ਕਰਦਾ। ਮੇਰਾ ਦਿਮਾਗ ਜਿਹੜਾ ਹੈ ਉਹ ਵਕਤ ਤੋਂ, ਜਿਹੜਾ ਵਕਤ ਚੱਲ ਰਿਹਾ ਦੁਨੀਆ ਤੋਂ, ਉਸ ਤੋਂ ਕਈ ਅੱਗੇ ਭੱਜਦਾ ਹੈ, ਬੜੀ ਸਪੀਡ ਦੇ ਨਾਲ ਭੱਜਦਾ ਹੈ। ਔਰ ਹਮੇਸ਼ਾ ਮੇਰੇ ਦਿਮਾਗ ਵਿੱਚ ਚੱਲਦਾ ਰਹਿੰਦਾ ਹੈ ਕਿ ਮੈਂ ਕਿੰਜ ਆਪਣੇ ਆਪ ਨੂੰ ਠੀਕ ਰੱਖਣਾ ਹੈ। ਮੈਂ ਬਹੁਤ ਸੈਲਫਿਸ਼ ਇਨਸਾਨ ਹਾਂ, ਮੈਂ ਆਪਣੇ ਤੋਂ ਜ਼ਿਆਦਾ ਪਿਆਰ ਕਿਸੇ ਨੂੰ ਨਹੀਂ ਕਰਦਾ। ਔਰ ਮੇਰਾ ਮੰਨਣਾ ਹੈ ਕਿ ਜੇ ਮੈਂ ਖੁਦ ਦੇ ਵੱਲ ਸਿੰਸੀਅਰ ਰਹਾਂਗਾ ਤੇ ਬਾਕੀ ਸਭ ਦੇ ਵੱਲ ਵੀ ਮੈਂ ਸਿੰਸੀਅਰ ਹੋ ਸਕਣਾ। ਲੇਕਿਨ ਤੁਸੀਂ ਫਿੱਟ ਕਿਵੇਂ ਆਪਣੇ ਆਪ ਨੂੰ ਰੱਖਦੇ ਹੋ? ਐਕਸਰਸਾਈਜ਼ ਜ਼ਿਆਦਾ ਕਰਦੇ ਹੋ ਜਾਂ ਡਾਈਟ ਤੇ ਕੰਟਰੋਲ ਰੱਖਿਆ ਹੋਇਆ? ਮੈਂ ਦੋਵੇਂ ਚੀਜ਼ਾਂ ਤੁਸੀਂ ਦਰਸ਼ਕਾਂ ਨੂੰ ਦੱਸੋ ਸਾਡੇ, ਕਿ ਡਾਈਟ ਕੀ ਦਿਨੇਸ਼ ਹੋਰੀ ਖਾਂਦੇ ਨੇ ਔਰ ਦਿਨੇਸ਼ ਹੋਰੀ ਐਕਸਰਸਾਈਜ਼ ਕੀ ਕਰਦੇ ਨੇ, ਜਿਹੜਾ 130 ਕਿਲੋ ਤੋਂ 70-72 ਕਿਲੋ। ਜੀ ਦੇਖੋ, ਹੋਲਿਸਟਿਕ ਲਾਈਫਸਟਾਈਲ ਜਿਹੜਾ ਉਹਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਐਕਸਰਸਾਈਜ਼ ਦੇ ਉੱਪਰ ਜ਼ੋਰ ਦਿਓਗੇ ਤੇ ਹੱਡੀਆਂ ਤੁੜਵਾ ਕੇ ਬਹਿ ਜਾਓਗੇ, ਔਰ ਜੇ ਤੁਸੀਂ ਸਿਰਫ ਡਾਈਟ ਦੇ ਉੱਪਰ ਕੰਟਰੋਲ ਕਰੋਗੇ ਤੇ ਸਾਰਾ ਦਿਨ ਤੁਸੀਂ ਭੁੱਖ ਦੇ ਨਾਲ ਤਰਸਦੇ ਰਹੋਗੇ। ਸੋ ਇੱਕ ਆਈਡੀਅਲ ਕੰਬੀਨੇਸ਼ਨ ਜੋ ਮੇਰੇ ਹਿਸਾਬ ਨਾਲ ਮੈਨੂੰ ਜੋ ਸੂਟ ਕੀਤਾ, 70% ਡਾਈਟ, ਕਿ ਡਾਈਟ ਨੂੰ ਕੰਟਰੋਲ ਕੀਤਾ, ਐਂਡ 30%। ਇਹ ਸਾਰੀ ਗੱਲ, ਇਹ ਸਾਰੇ ਇਹ ਕਹਿੰਦੇ ਨੇ ਕਿ 70% ਡਾਈਟ, ਲੇਕਿਨ ਤੁਹਾਡੀ ਡਾਈਟ ਕੀ ਹੈ ਔਰ ਤੁਹਾਡੀ ਐਕਸਰਸਾਈਜ਼, ਮੈਨੂੰ ਇਹ ਦੱਸੋ ਜੀ। ਜੇ ਮੈਂ ਤੁਹਾਨੂੰ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰਨਾ, ਕਿਉਂਕਿ ਆਪਾਂ ਅੱਗੇ ਪਿੱਛੇ ਨਹੀਂ ਜਾਂਦੇ, ਹੁਣ ਦੀ ਪ੍ਰੈਜ਼ੈਂਟ ਦੀ ਗੱਲ ਕਰਨੇ ਆ, ਤੇ ਮੈਂ ਸਵੇਰੇ ਉੱਠ ਕੇ ਮੇਰੇ ਹਾਲੀ ਫੈਮਿਲੀ ਗਈ ਹੋਈ ਹੈ ਕਿਥੇ, ਤੇ ਖੁਦ ਹੀ ਮੈਂ ਕੁਕਿੰਗ ਕਰਨਾ, ਤੇ ਮੈਂ 3-4 ਦਾਲਾਂ ਜੋ ਮੈਨੂੰ ਸਮਝ ਆਈਆਂ ਉਹ ਮੈਂ ਬੋਇਲ ਕੀਤੀਆਂ, ਹਲਕਾ ਜਿਹਾ ਤੜਕਾ ਲਾਇਆ, ਔਰ ਉਹ ਮੈਂ ਪਿਓਰ ਦਾਲ ਖਾਈ ਹੈ ਹੁਣ ਤੱਕ 1 ਕਟੋਰੀ। ਔਰ ਮੈਂ ਓਟਸ ਖਾਏ ਨੇ ਡਬਲ ਟੋਨ ਮਿਲਕ ਪਾ ਕੇ, ਬਾਦਾਮ ਪਾ ਕੇ, ਥੋੜਾ ਜਿਹਾ ਬੋਨਵੀਟਾ ਵਿੱਚ ਪਾ ਕੇ, ਤਾਂ ਕਿ ਉਸ ਵਿੱਚ ਥੋੜਾ ਟੇਸਟ ਰਹੇ। ਔਰ ਮੈਂ 3 ਕੱਪ ਚਾਹ ਦੇ ਪੀਤੇ ਨੇ। ਸੋ ਹੁਣ ਤੱਕ ਦੀ, ਹੁਣ ਤੁਸੀਂ ਦੱਸੋ ਤੁਹਾਡੀ ਡਾਈਟ ਕੀ ਸੀ ਹੁਣ ਤੱਕ? ਰੋਟੀ ਤੁਸੀਂ ਖਾਂਦੇ ਹੋ? ਰੋਟੀ ਖਾਂਦੇ ਹੋ? ਚਾਵਲ ਖਾਂਦੇ ਹੋ? ਚਾਹ ਪੀਂਦੇ ਹੋ? ਮਿੱਠਾ ਖਾਂਦੇ ਹੋ? ਮਿਠਾਈ ਖਾਂਦੇ ਹੋ? ਜੰਕ ਫੂਡ ਖਾਂਦੇ ਹੋ? ਨਹੀਂ, no junk food, no ਮਿੱਠਾ, no ਮਿਠਾਈ, no cold drinks, no canned juices, nothing. ਮੈਨੂੰ ਆਪਣੇ ਪੰਜਾਬੀ ਦਾ ਪਰਾਂਠਿਆਂ ਦੇ ਬੜੇ ਸ਼ੌਕੀਨ ਹੁੰਦੇ ਆ। ਸਵੇਰੇ ਉੱਠ ਕੇ 3-3 4-4 ਪਰਾਂਠੇ ਨਾ ਮਿਲ ਜਾਣ, ਰਾਤ ਨੂੰ ਦਾਲ ਮੱਖਣੀ ਜਾਂ ਕੜਾਈ ਮੱਖਣੀ ਜਾਂ ਫਿਰ ਚਿਕਨ ਨਾ ਮਿਲ ਜੇ, ਤਾਂ ਇਹ ਚੀਜ਼ਾਂ ਤੁਸੀਂ ਖਾਂਦੇ ਹੋ?
ਨਹੀਂ ਦੇਖੋ ਮੈਂ ਜਜਮੈਂਟਲ ਨਹੀਂ ਆ ਬਿਲਕੁਲ ਵੀ। ਜਿਹੜਾ ਇਹ ਸਾਰੀਆਂ ਚੀਜ਼ਾਂ ਖਾ ਕੇ ਸਿਹਤਮੰਦ ਹੈਗਾ ਔਰ ਖੁਸ਼ ਹੈਗਾ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਮਗਰ ਮੈਂ ਖਾਣ ਦੀ ਵਜ੍ਹਾ ਨਾਲ ਬਿਮਾਰ ਪੈ ਰਿਹਾ ਸੀ, ਇਸ ਕਰਕੇ ਮੇਰੇ ਲਈ ਆਪਣੀ ਡਾਈਟ ਕੰਟਰੋਲ ਕਰਨਾ ਬਹੁਤ ਜ਼ਰੂਰੀ ਸੀ। ਜਿਨ੍ਹਾਂ ਨੂੰ ਉਹ ਸੂਟ ਕਰ ਰਹੀ ਹੈ, ਜਿਨ੍ਹਾਂ ਨੂੰ ਜਿਹੜੇ ਉਹਨੂੰ ਪਚਾ ਪਾ ਰਹੇ ਨੇ, ਦੇ ਆਰ ਮੋਸਟ ਵੈਲਕਮ। ਐਸਾ ਕੁਝ ਨਹੀਂ ਹੈ ਕਿ ਡਾਈਟ ਤੁਹਾਨੂੰ ਮਾਰ ਦਿੰਦੀ ਹੈ, ਡਾਈਟ ਤੁਹਾਨੂੰ ਖਰਾਬ ਕਰਦੀ ਹੈ। ਮੈਨੂੰ ਪਤਾ ਲੱਗਾ ਸੀ ਕਿ ਦਿਨੇਸ਼ ਹੋਰਾਂ ਨੇ ਜਦੋਂ ਵਜਨ ਘਟਾਇਆ 130 ਕਿਲੋ ਤੋਂ 70-75 ਕਿਲੋ ਆਏ ਤਾਂ ਰੋਟੀ ਖਾਣੀ ਬੰਦ ਕਰਤੀ ਸੀ। ਹਫਤੇ ਸਿਰਫ 2 ਦਿਨ ਜਾਂ 1 ਦਿਨ 2 ਰੋਟੀਆਂ ਸਿਰਫ ਚਪਾਤੀ ਜਿਹੜੀ ਉਹ ਖਾਂਦੇ ਸੀ। ਰਾਤ ਦੀ ਰੋਟੀ ਬਿਲਕੁਲ ਬੰਦ ਸੀ, ਦੁੱਧ ਬਿਲਕੁਲ ਬੰਦ ਸੀ, ਸ਼ੂਗਰ ਵਾਈਟ ਸ਼ੂਗਰ ਬਿਲਕੁਲ ਬੰਦ ਸੀ, ਨਮਕ ਬਿਲਕੁਲ ਬੰਦ ਸੀ। ਇਹ ਤੁਸੀਂ ਦੱਸੋ ਤਾਂ ਕਿ ਲੋਕ ਵੀ ਵਜਨ ਘਟਾ ਸਕਣ, ਖਾਸ ਤੌਰ ਤੇ ਮੈਂ। ਕਰੈਕਟ, ਕਾਰਬੋਹਾਈਡਰੇਟਸ ਤੁਹਾਨੂੰ ਛੱਡਨੇ ਪੈਂਦੇ ਆ। ਸੋ ਇਸ ਕਰਕੇ ਮੈਂ ਜਿਹੜਾ ਵਾਈਟ ਫਲੋਰ ਹੈ, ਆਟਾ, ਉਹਦੀ ਰੋਟੀ ਜਾਂ ਕੋਈ ਵੀ ਚੀਜ਼ ਉਹ ਖਾਣੀ ਬਿਲਕੁਲ ਇਨੀਸ਼ੀਅਲੀ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਫਿਰ ਡਾਈਟੀਸ਼ੀਅਨ ਨੇ ਕਿਹਾ ਕਿ ਹਫਤੇ 'ਚ 1 ਰੋਟੀ 2 ਰੋਟੀ ਖਾ ਸਕਦੇ ਹੋ। ਬਟ ਮੈਂ ਫਰੂਟਸ, ਓਟਸ, ਜਿਹੜਾ ਵੀ ਹੈਲਦੀ ਸਟਫ ਹੈ, ਦਾਲਾਂ ਔਰ ਸੈਲਡਸ, ਇਹ ਮੈਂ ਬਹੁਤ ਖਾਂਦਾ ਸੀ। ਬਿਲਕੁਲ ਵੀ ਮੈਂ ਐਸਾ ਨਹੀਂ ਹੈ ਕਿ ਮੈਂ ਭੁੱਖਾ ਮਰ ਰਿਹਾ ਸੀ। ਬਸ ਸਿਰਫ ਜੜੀ ਫੂਡ ਮੈਨੂੰ ਮਨਾ ਕੀਤੀ ਗਈ ਸੀ ਕਿ ਤੁਸੀਂ ਚੀਨੀ ਨਹੀਂ ਖਾਣੀ, ਜੰਕ ਫੂਡ ਨਹੀਂ ਖਾਣੀ, ਦੁੱਧ ਦਾ ਜ਼ਿਆਦਾ ਯੂਜ਼ ਨਹੀਂ ਕਰਨਾ, ਚਾਹ ਪੀ ਸਕਦੇ ਹੋ ਦਿਨ 'ਚ 2 ਵਾਰੀ। ਸੋ ਉਹ ਸਾਰਾ ਮੈਂ ਸਟ੍ਰਿਕਟਲੀ ਫੋਲੋ ਕੀਤਾ ਔਰ ਫਿਰ ਉਹ ਇਟਸ ਨਾਓ ਬਿਕਮ ਮਾਈ ਹੈਬਿਟ। ਬਿਕੋਜ਼ ਜੋ ਨਤੀਜੇ ਨੇ ਉਹ ਮੈਨੂੰ ਖੁਦ ਐਡੇ ਅੱਛੇ ਲੱਗੇ ਕਿ ਨਾ ਮੈਂ ਪਹਿਲੇ ਆਪਣੀ ਇਹ ਸ਼ਕਲ ਦੇਖੀ ਸੀ, ਨਾ ਹੀ ਇੰਜ ਦੀ ਮੈਂ ਸਕਸੈਸ ਦੇਖੀ ਸੀ। ਸੋ ਇਸ ਕਰਕੇ ਮੈਂ ਹੁਣ ਉਹਨੂੰ ਸਟਿਕ ਕਰ ਰਿਹਾ ਜਦੋਂ ਤੱਕ ਵੀ ਮੇਰੇ ਲਈ ਪੋਸੀਬਲ ਹੈ, ਮੈਂ ਇਹਨੂੰ ਮੇਨਟੇਨ ਕਰਨ ਦੀ। ਔਰ ਲੋਕਡਾਊਨ ਦੇ ਵਿੱਚ ਬਹੁਤ ਇੱਥੇ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹਾਂਗਾ, ਮੈਂ ਫਿਰ ਵੀ ਥੋੜਾ ਬਹੁਤ ਬਾਹਰ ਖਾ ਲੈਂਦਾ ਸੀ ਕਿ ਚਲੋ ਬਰਾਊਨ ਬ੍ਰੈਡ ਦਾ ਹੈਲਦੀ ਸੈਂਡਵਿਚ, ਉਹ ਸਬਵੇ ਇਹ ਉਹ ਜਿਹੜਾ ਉਹਨਾਂ ਦਾ ਵੇਚਣ ਦਾ ਤਰੀਕਾ ਹੈ ਕਿ ਜੀ ਹੈਲਦੀ ਹੈ। ਜਦੋਂ ਲੋਕਡਾਊਨ ਸਟਾਰਟ ਹੋਇਆ ਮੇਰਾ ਉਹ ਸਭ ਬੰਦ ਹੋ ਗਿਆ ਤੇ ਲੋਕਡਾਊਨ ਦੇ ਦੌਰਾਨ ਮੈਂ ਜ਼ਿਆਦਾ ਫਿੱਟ ਹੋ ਗਿਆ। ਮੇਰਾ 5 ਤੋਂ 7 ਕਿਲੋ weight ਹੋਰ ਘੱਟ ਹੋ ਗਿਆ ਔਰ ਮਸਲਸ ਹੋਰ ਡਿਵੈਲਪ, ਕਿਉਂਕਿ ਘਰ ਦਾ ਖਾਣਾ ਖਾਣਾ ਜਿਹੜਾ ਉਹ ਬੈਸਟ ਹੈ। ਦੈਟ ਇਜ਼ ਦਾ ਬੈਸਟ। ਘਰ ਵਿੱਚ ਤੁਸੀਂ ਜੇ ਘੀ ਵੀ ਖਾ ਲੋਗੇ, ਦੁੱਧ ਵੀ ਪੀ ਲੋਗੇ, ਉਹ ਤੁਹਾਨੂੰ ਬਹੁਤ ਸੂਟ ਕਰਨਾ ਹੈ। ਬਟ ਬਾਹਰ ਐਡੇ ਕੈਮੀਕਲਸ ਮਿਲੇ ਹੁੰਦੇ ਆ ਹਰ ਚੀਜ਼ ਦੇ ਵਿੱਚ, ਚਾਹੇ ਉਹ ਹੈਲਦੀ ਫੂਡ ਹੋਏ, ਕਿ ਉਹਦੇ ਨਾਲ ਤੁਹਾਡਾ weight ਵੱਧਦਾ ਹੀ ਵੱਧਦਾ। ਸੋ ਇਹ ਮੈਂ ਜ਼ਰੂਰ ਸ਼ੇਅਰ ਕਰਾਂ। ਦਿਨੇਸ਼ ਹੋਰੀ weight ਘਟਾਉਣ ਦੇ ਲਈ ਭੰਗੜਾ ਪਾਉਂਦੇ ਨੇ, ਡਾਂਸ ਕਰਦੇ ਨੇ, ਹੈਵੀ ਜਿਮ ਕਰਦੇ ਨੇ, ਰਨਿੰਗ ਕਰਦੇ ਨੇ, ਸਵਿਮਿੰਗ ਕਰਦੇ ਨੇ, ਕੀ ਕਰਦੇ ਨੇ? ਕੋਈ ਐਕਟ, ਕੋਈ ਡਾਇਲੌਗ ਤੁਸੀਂ ਸੁਣਾਉਣਾ ਚਾਹੋਗੇ ਤੁਹਾਡੇ ਸਟਾਈਲ ਦੇ ਵਿੱਚ? ਹਾਂ, ਮੇਰਾ ਮਤਲਬ ਫੇਵਰੇਟ ਡਾਇਲੌਗ ਤੇ ਮਤਲਬ 2 ਹੈ। ਇੱਕ ਸਾਂਡ ਕੀ ਆਂਖ ਮੂਵੀ ਦਾ ਹੈ ਜਿਹੜਾ ਮੈਂ ਇੰਟਰੋਡਕਸ਼ਨ ਕਰਨਾ ਉਹਨਾਂ ਦੋਨਾਂ ਲੇਡੀਜ਼ ਦੀ, ਕਿ ladies and gentlemen, I am extremely honored to present to you these 2 remarkable women, प्रकाशी जी and चंद्रों जी। ये महारानी साहिबा के साथ शूटिंग करती हैं। So that, and जो भारत का डायलॉग था कि तुम्हारा नाम भरत सिंह है, तुम मीरपुर में रहते थे। So that way, you know, as an actor ਤੁਸੀਂ ਚੀਜ਼ਾਂ ਯਾਦ ਰੱਖ ਲੈਂਦੇ ਹੋ ਔਰ ਇਮੋਸ਼ਨਸ ਵੀ ਯਾਦ ਰਹਿ ਜਾਂਦੀਆਂ। ਭਾਰਤ was very emotional for me because loss of a son and you know loss of father son relation, ਉਹ ਸਾਰੀਆਂ ਚੀਜ਼ਾਂ ਬਹੁਤ ਮੈਨੂੰ ਟੱਚ ਕਰ ਗਈਆਂ ਸੀ ਤਾਂ, ਔਰ I was very upset during the shoot, but ਠੀਕ ਹੈ, part of life। ਦਿਨੇਸ਼ ਜੀ ਕਹਿੰਦੇ ਕਿ ਕਿਸੇ ਵੀ ਕੰਮ ਨੂੰ ਕਰਨਾ ਤਾਂ ਕੋਈ ਦੇਰੀ ਨਹੀਂ ਹੁੰਦੀ। ਮੈਂ ਇਹ ਇਸ ਕਰਕੇ ਕਹਿ ਰਿਹਾ ਕਿਉਂਕਿ ਤੁਸੀਂ ਪ੍ਰੋਫੈਸਰ ਰਹੇ, ਤੁਸੀਂ 14 ਸਾਲ ਡਿਪਰੈਸ ਰਹੇ ਔਰ ਫਿਰ ਤੁਸੀਂ ਮਾਡਲਿੰਗ ਦੇ ਪਾਸੇ ਆ ਗਏ। ਤੁਸੀਂ ਇਹ ਦੱਸੋ ਕਿ ਪ੍ਰੋਫੈਸਰ ਕਦੋਂ ਕਿਵੇਂ ਬਣੇ? ਹਰਿਆਣਾ ਦੇ ਵਿੱਚ ਤੁਸੀਂ ਰਹੇ, ਪੰਜਾਬੀ ਏਡੀ ਸੋਹਣੀ ਤੁਸੀਂ ਬੋਲਦੇ ਹੋ ਔਰ ਕੰਮ ਜਿਹੜਾ ਤੁਸੀਂ ਜ਼ਿਆਦਾ ਸਾਊਥ ਦੀਆਂ ਫਿਲਮਾਂ 'ਚ ਕਰ ਰਹੇ ਹੋ। ਠੀਕ, ਹਾਂ, ਮੈਂ ਮਤਲਬ ਵੈਸੇ ਤੇ ਪੰਜਾਬ ਸਾਈਡ ਤੋਂ ਹੀ ਹੈ ਮੇਰੀਆਂ ਰੂਟਸ। ਜਲੰਧਰ ਦੇ ਨੇੜੇ ਇੱਕ ਪਿੰਡ ਹੈ ਨੂਰ ਮਹਿਲ, ਮੇਰੇ ਫੋਰਫਾਦਰਸ ਉੱਥੋਂ ਹੈ। ਹਾਲਾਂਕਿ ਮੈਂ ਖੁਦ ਨਹੀਂ ਗਿਆ ਉੱਥੇ ਕਦੀ ਵੀ, ਕਿਉਂਕਿ ਮੇਰੇ ਫਾਦਰ ਸਾਹਿਬ ਵੀ ਉੱਥੇ ਨਹੀਂ ਗਏ ਸੀ। ਹੀ ਵਾਸ ਇਨ ਜੌਬ ਔਰ ਐਜੂਕੇਸ਼ਨ ਵਿੱਚ ਹੀ ਸੀ, ਔਰ ਜਿੱਥੇ ਜਿੱਥੇ ਉਹਨਾਂ ਦੀ ਟ੍ਰਾਂਸਫਰ ਹੁੰਦੀ ਸੀ ਵੀ ਯੂਜ਼ਡ ਟੂ ਗੋ ਦੇਅਰ। ਐਂਡ ਮੈਂ ਵੀ ਹਰਿਆਣਾ ਦੇ ਕਾਲਜਸ ਵਿੱਚ ਟੀਚਿੰਗ ਸਟਾਰਟ ਕੀਤੀ, ਉਸ ਤੋਂ ਬਾਅਦ ਮੈਂ ਐਡਮਿਨਿਸਟ੍ਰੇਸ਼ਨ ਵਿੱਚ ਆ ਗਿਆ। ਬਟ ਦੈਟ ਇਜ਼ ਐਂਸ਼ੀਐਂਟ ਹਿਸਟਰੀ, ਉਹ ਗੱਲ ਖਤਮ ਹੋ ਗਈ, ਮੁੱਕੀ ਉਹ ਗੱਲ। ਔਰ ਹਾਂ, ਐਜ਼ ਐਨ ਐਕਟਰ ਇਹ ਜਿਹੜਾ ਫੇਜ਼ ਹੈ ਇਹਨੂੰ ਮੈਂ ਬਹੁਤ ਇੰਜੋਏ ਕਰ ਰਿਹਾ, ਔਰ ਕਿਉਂਕਿ ਬਹੁਤ ਲੇਟ ਮੈਨੂੰ ਜ਼ਿੰਦਗੀ ਨੇ ਦੁਬਾਰਾ ਮੌਕਾ ਦਿੱਤਾ ਤੇ ਪੂਰਾ ਗ੍ਰੈਟੀਟਿਊਡ ਹੈ, ਪੂਰਾ ਇਸ ਗੱਲ ਦਾ ਮੈਨੂੰ ਮਾਣ ਹੈ ਕਿ ਇਹ ਮੌਕਾ ਮੈਨੂੰ ਜੀਵਨ ਨੇ ਦਿੱਤਾ ਤੇ ਇਹਨੂੰ ਮੈਂ ਪੂਰੀ ਪੋਜ਼ਿਟਿਵਲੀ ਨਿਭਾਉਣ ਦੀ ਕੋਸ਼ਿਸ਼ ਕਰਨਾ। ਸਾਊਥ ਵਿੱਚ ਵੀ ਕਰ ਰਿਹਾ, ਪਰ ਉੱਥੇ ਮੇਰੀ ਪਹਿਲੀ ਮੂਵੀ ਐਜ਼ ਸਰਦਾਰ ਸੀ, ਸਿੱਖ ਕੈਰੈਕਟਰ ਮੈਂ ਕੀਤਾ ਸੀ, ਹੈਪੀ ਸਰਦਾਰ। ਜਾਵੇਦ ਜਾਫਰੀ ਵੀ ਸਰਦਾਰ ਬਣੇ ਹੋਏ ਸੀ, ਮੈਂ ਵੀ ਸਰਦਾਰ। ਐਂਡ ਥੈਂਕਫੁਲੀ ਸਾਡੇ ਡਾਇਲੌਗ ਪੰਜਾਬੀ ਚ ਸੀ,
ਨਹੀਂ ਤਾਂ ਆਈ ਡੋਂਟ ਨੋ ਕਿ ਕੀ ਉੱਥੇ ਕੀ ਰਾਇਤਾ ਫੈਲਦਾ। ਸੋ ਇੱਕ ਤਾਮਿਲ ਦੀ, ਇੱਕ ਮਲਿਆਲਮ ਦੀ ਮੂਵੀ ਹੋਰ ਕੀਤੀ ਹੈ, ਔਰ ਬਾਕੀ ਇੱਕ ਹਿੰਦੀ ਮੂਵੀ ਵਾਸਤੇ ਸ਼ੂਟ ਕਰ ਰਹੇ ਹਾਂ। ਸ਼ਾਇਦ ਤਮਿਲ ਵਾਲੀ ਮੂਵੀ ਦਾ ਮੈਨੂੰ ਯਾਦ ਹੈ ਕਿ ਇੱਕ ਸਵਿਮਿੰਗ ਪੂਲ ਵਾਲਾ ਤੁਹਾਡਾ ਕਿਰਦਾਰ ਸੀਗਾ, ਤੁਸੀਂ ਸਵਿਮਿੰਗ ਪੂਲ ਚੋਂ ਬਾਹਰ ਨਿਕਲਣਾ ਸੀਗਾ ਔਰ ਸ਼ਾਇਦ ਤੁਸੀਂ ਉਦੋਂ ਸ਼ਰਮਾਏ ਵੀ ਸੀਗੇ। ਉਹ ਕਿੱਸਾ ਤੁਸੀਂ ਸਾਂਝਾ ਕਰਨਾ ਚਾਹੋਗੇ? ਨਹੀਂ, ਸ਼ਰਮਾਨ ਦਾ ਇੱਕ ਬੜਾ ਜੈਨੂਇਨ ਰੀਜ਼ਨ ਸੀ। ਉਹ ਕਿੱਸਾ ਐ ਸੀ ਕਿ ਮੈਂ ਜਦੋਂ ਸੈੱਟ ਤੇ ਪਹੁੰਚਿਆ ਐਂਡ ਦੇ ਟੋਲਡ ਮੀ ਕਿ ਮੁਹੂਰਤ ਸ਼ਾਟ ਜਿਹੜਾ ਹੈ ਤੁਹਾਡੇ ਉੱਪਰ ਹੈ, ਐਂਡ ਸਾਊਥ ਦੇ ਵਿੱਚ ਨਾ ਮਤਲਬ ਪਾਦਰੀ ਨੂੰ ਬੁਲਾ ਕੇ ਐਂਡ ਪੂਰੇ ਪੰਡਿਤ ਸੰਡਿਤ ਬੁਲਾ ਕੇ ਅੱਧੇ ਪੌਣੇ 1 ਘੰਟੇ ਦੀ ਪੂਜਾ ਹੁੰਦੀ ਹੈ, ਐਂਡ ਜਿਹੜਾ ਐਕਟਰ ਜਿਹਦੇ ਉੱਪਰ ਉਹ ਮੁਹੂਰਤ ਸ਼ਾਟ ਹੁੰਦਾ ਉਹਨੇ ਬੜਾ ਦਮੀ ਜਿਹਾ ਉਹ ਰੋਲ ਕਰਨਾ ਹੈ, ਐਵੇਂ ਹੀ ਮਤਲਬ ਕੁਝ ਵੀ ਬੋਲ ਦੇਣਾ, ਔਰ ਫਿਰ ਪੂਜਾ ਵਿੱਚ ਉਹਨੂੰ ਇਨ ਕਾਸਟਿਊਮ ਹੀ ਥਰੂ ਆਊਟ ਖੜਾ ਹੋਣਾ ਪਏਗਾ ਕੈਮਰੇ ਦੇ ਅੱਗੇ। ਤੇ ਜਦੋਂ ਮੈਂ ਆਪਣੀ ਵੈਨਿਟੀ 'ਚ ਪਹੁੰਚਿਆ, ਕਾਸਟਿਊਮ ਦਾਦਾ ਆਏ ਮੇਰੇ ਕੋਲ, ਮੈਂ ਕਿਹਾ ਕਾਸਟਿਊਮ ਦਾਦਾ ਵੇਅਰ ਇਜ਼ ਮਾਈ ਕਾਸਟਿਊਮ, ਤੇ ਉਹਨੇ ਜੇਬ ਦੇ ਵਿੱਚੋਂ ਇੱਕ ਬਿਲਕੁਲ ਛੋਟਾ ਜਿਹਾ ਫ੍ਰੈਂਚੀ ਜਿਹੜਾ ਉਹ ਕੱਢਿਆ and he said this is your costume। मैंने कहा पागल हो गए हो क्या? आपका दिमाग खराब है? बाहर प्रोड्यूसर की माँ, प्रोड्यूसर की पत्नी, जितना क्रू है उन सब की मदर्स, लेडीज, बच्चे, मतलब 1,500 ਬੰਦਾ ਉੱਥੇ ਸਾਊਥ ਦਾ ਇਕੱਠਾ ਹੋਇਆ ਹੈ, ਸਭ ਦੇ ਹੱਥ 'ਚ ਫੋਨ ਹੈ ਜਿਨ੍ਹਾਂ 'ਚ ਕੈਮਰੇ ਹੈ, ਔਰ ਮੈਂ ਥਰੂ ਆਊਟ ਅੰਡਰਵੇਅਰ ਦੇ ਵਿੱਚ ਖੜਾ ਹੋਵਾਂਗਾ, ਸੋ ਨਥਿੰਗ ਡੂਇੰਗ। that is the only time when I objected, otherwise मैं बहुत बिंदास हूं। ਧੰਨਵਾਦ ਦਿਨੇਸ਼ ਮੋਹਨ ਜੀ। ਇਹ ਸਨ ਦਿਨੇਸ਼ ਮੋਹਨ ਹੋਰੀ, 61 ਸਾਲ ਉਮਰ ਹੈ, ਮਾਡਲਿੰਗ ਵੀ ਕਰਦੇ ਨੇ, ਭਾਰਤ ਫਿਲਮ ਦੇ ਵਿੱਚ ਸਲਮਾਨ ਖਾਨ ਦੇ ਨਾਲ ਵੀ ਕੰਮ ਕਰ ਚੁੱਕੇ ਨੇ, ਰਜਨੀਕਾਂਤ ਹੋਰਾਂ ਦੇ ਨਾਲ ਵੀ ਕੰਮ ਕਰ ਚੁੱਕੇ ਨੇ, ਔਰ 14 ਸਾਲ ਡਿਪਰੈਸ਼ਨ ਦੇ ਵਿੱਚ ਰਹੇ। 14 ਸਾਲ ਜਦੋਂ ਡਿਪਰੈਸ਼ਨ 'ਚ ਰਹੇ ਤਾਂ ਵਜਨ 130 ਕਿਲੋ ਹੋ ਗਿਆ, ਔਰ ਅੱਜ ਤੁਸੀਂ ਦੇਖ ਸਕਦੇ ਹੋ 70 ਤੋਂ 75 ਕਿਲੋ ਵਜਨ ਹੈ, ਔਰ ਖਾਸ ਤੌਰ ਤੇ ਲੋਕਾਂ ਨੂੰ ਕਹਿ ਰਹੇ ਨੇ ਕਿ ਏਜ ਸਿਰਫ ਨੰਬਰ ਹੈ, ਔਰ ਅਗਰ ਕੋਈ ਡਿਪਰੈਸ਼ਨ ਦੇ ਵਿੱਚ ਆਉਂਦਾ ਤਾਂ ਡਿਪਰੈਸ਼ਨ ਤੋਂ ਬਾਹਰ ਨਿਕਲਿਆ ਜਾ ਸਕਦਾ ਔਰ ਜ਼ਿੰਦਗੀ ਜੀਣ ਦਾ ਰਾਹ ਹੈ। ਧੰਨਵਾਦ।